बेलियो तो बिराओ अस्सलाम वालेकुम। आज मैं थोड़ी जी जिसारत करांगा कि मंडी शाह जीवना ਦੇ ਵਿੱਚ ਜੋ ਕੁਝ ਹੋ ਰਿਹਾ, ਜੋ ਨਜਾਇਜ਼ ਤਜਾਵਜ਼ਾਤ ਦੀ ਆੜ ਦੇ ਵਿੱਚ ਇੱਕ ਆਪਰੇਸ਼ਨ ਕੀਤੇ ਜਾ ਰਹੇ ਨੇ, ਲੋਕਾਂ ਦੇ ਇਮਲਾਕ ਗਿਰਾਈ ਜਾ ਰਹੀਆਂ ਨੇ, ਘਰ ਗਿਰਾਏ ਜਾ ਰਹੇ ਨੇ, ਦੁਕਾਨਾਂ ਗਿਰਾਈ ਜਾ ਰਹੀਆਂ ਨੇ ਔਰ ਅਸੀਂ ਬਜਾਏ ਯਕਜਾ ਹੋ ਕੇ ਮੁਤਹਿਦ ਹੋ ਕੇ ਉਸ ਦਾ ਕੋਈ ਕਾਨੂੰਨੀ ਹੱਲ ਕੱਢਣ ਦੀ ਬਜਾਏ ਅਸੀਂ ਇੱਕ ਦੂਸਰਿਆਂ ਦੇ ਲੀਡਰਾਂ ਦੇ ਉੱਤੇ ਇਹ ਚੀਜ਼ ਸੱਟ ਰਹੇ ਹਾਂ। ਉਹ ਇੱਕ ਸਿਆਸੀ ਲਾਟ ਨੂੰ ਇਸ ਦਾ ਅਸੀਂ ਜ਼ਿੰਮੇਦਾਰ ਕਰਾਰ ਦੇ ਰਹੇ ਹਾਂ, ਜਦਕਿ ਸਾਨੂੰ ਇਹ ਚਾਹੀਦਾ ਹੈ ਕਿ ਇਸ ਦੇ ਪਹਿਲੇ ਅਸੀਂ ਚੈੱਕ ਕਰੀਏ ਕਿ ਅਸੀਂ ਇਹਦੇ ਵਿੱਚ ਕੀ ਕਰ ਸਕਨੇ ਹਾਂ ਅਤੇ ਕੀ ਨਹੀਂ ਕਰ ਸਕਦੇ। ਕਿਆ ਇਹ ਜਿਹੜਾ ਅਮਲ ਜ਼ਿਲ੍ਹਾ ਇੰਤਜ਼ਾਮੀਆ ਕਰ ਰਹੀ ਹੈ ਇਹ ਕਾਨੂੰਨੀ ਹੈ ਜਾਂ ਇਹ ਗੈਰ ਕਾਨੂੰਨੀ ਹੈ। ਮੈਂ ਸਿਰਫ 3 ਮਿਸਾਲਾਂ ਤੁਹਾਨੂੰ ਦਿਆਂਗਾ, ਉਸ ਦੇ ਨਾਲ ਤੁਹਾਨੂੰ ਸਮਝ ਆ ਜਾਏਗੀ ਔਰ ਉਸ ਤੋਂ ਬਾਅਦ ਮੈਂ ਡਿਪਟੀ ਕਮਿਸ਼ਨਰ ਜੰਗ ਔਰ ਅਸਿਸਟੈਂਟ ਕਮਿਸ਼ਨਰ ਜੰਗ ਔਰ ਜੋ ਮੌਜੂਦਾ ਇਨਕਰੂਚਮੈਂਟ ਦੇ ਇੱਥੇ ਇੰਸਪੈਕਟਰ ਨੇ ਜੋ ਕੁਛ ਇੱਥੇ ਕਰਵਾ ਰਹੇ ਨੇ ਉਹਨਾਂ ਤੋਂ ਇੱਕ ਅਪੀਲ ਵੀ ਕਰਾਂਗਾ। ਪਹਿਲੀ ਗੁਜ਼ਾਰਿਸ਼ ਤਾਂ ਇਹ ਹੈ ਕਿ ਥੋੜ੍ਹੇ ਅਰਸੇ ਦੀ ਗੱਲ ਹੈ ਕਿ ਗੁਜਰਾਂਵਾਲਾ ਦੀ ਇੰਸਦਾਦ ਦਹਿਸ਼ਤਗਰਦੀ ਦੀ ਅਦਾਲਤ ਦੇ ਵਿੱਚ ਇੱਕ ਕੇਸ ਚੱਲ ਰਿਹਾ ਸੀ। ਇੱਕ ਬਾਬਾ ਜੀ ਸਨ, ਬਾਬਾ ਸਦੀਕ, ਉਹਦੇ ਬੇਟੇ ਨੂੰ ਕਤਲ ਕੀਤਾ ਗਿਆ ਅਤੇ ਗੋਹਰ ਸਾਹਿਬ ਸਨ ਜਿਹੜੇ ਸਨ ਉਹ ਮੁਲਜ਼ਮ ਸਨ, ਪੇਸ਼ ਆਉਂਦੇ ਸਨ, ਤਾਰੀਖ ਪੈ ਜਾਂਦੀ ਸੀ। ਬਾਬੇ ਨੂੰ ਇੱਕ ਦਿਨ ਗੁੱਸਾ ਆ ਗਿਆ ਅਤੇ ਬਾਬਾ ਇੱਕ ਦਿਨ ਪਹਿਲੇ ਆ ਕੇ ਉੱਥੇ ਕੋਈ ਆਪਣਾ ਕੋਈ ਵੈਪਨ, ਕੋਈ ਹਥਿਆਰ, ਕੋਈ ਪਿਸਟਲ ਵਗੈਰਾ ਰੱਖ ਕੇ ਚਲਾ ਗਿਆ ਔਰ ਜੋ ਹੀ ਅਗਲੇ ਦਿਨ ਉਹ ਤਾਰੀਖ 'ਤੇ ਆਇਆ ਉਸ ਦਾ ਮੁਲਜ਼ਮ ਯਾਨੀ ਉਸ ਦੇ ਜਿਹੜਾ ਬੇਟੇ ਦਾ ਮੁਲਜ਼ਮ ਸੀ ਉਹਨੇ ਉਹਨੂੰ ਸ਼ੂਟ ਕਰ ਦਿੱਤਾ, ਜੋ ਕਿ ਗਲਤ ਕੰਮ ਸੀ। ਲੇਕਿਨ ਜਿਸ ਟਾਈਮ ਇਹ ਸ਼ੂਟ ਹੋ ਗਿਆ ਜੱਜ ਦੇ ਸਾਹਮਣੇ, ਇੰਸਦਾਦ ਦਹਿਸ਼ਤਗਰਦੀ ਗੁਜਰਾਂਵਾਲਾ ਅਦਾਲਤ ਦੇ ਸਾਹਮਣੇ ਇਹ ਅਮਲ ਹੋ ਗਿਆ ਅਤੇ ਕਿਆ ਕਾਨੂੰਨ ਇਹ ਇਖਤਿਆਰ ਜੱਜ ਨੂੰ ਦਿੰਦਾ ਹੈ ਕਿ ਉਹਦੇ ਸਾਹਮਣੇ ਸਭ ਕੁਝ ਗੈਰ ਕਾਨੂੰਨੀ ਹੋਇਆ ਕਿ ਉਹ ਵੀ ਆਪਣਾ ਪਿਸਟਲ ਕੱਢੇ ਅਤੇ ਬਾਬਾ ਸਦੀਕ ਨੂੰ ਸ਼ੂਟ ਕਰ ਦੇਵੇ, ਜਾਂ ਕਿ ਉਸ ਦਾ ਪੂਰਾ ਪ੍ਰੋਸੈਸ ਕਰੇ, ਉਹਦਾ ਟਰਾਇਲ ਕਰੇ, ਉਹਦੀ ਐਵੀਡੈਂਸ ਕਰੇ ਔਰ ਉਸ ਤੋਂ ਬਾਅਦ ਬਾਬਾ ਸਦੀਕ ਦੇ ਐਕਟ ਦਾ ਜੋ ਵੀ ਉਸਨੇ ਕੀਤਾ ਉਹਦੀ ਸਜ਼ਾ ਜਜ਼ਾ ਦੇ। ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਇੱਕ ਸ਼ਖਸ ਦੇ ਕਹਿਣ ਨਾਲ ਨਾ ਕੋਈ ਮੁਜਰਮ ਹੋ ਜਾਂਦਾ, ਨਾ ਕੋਈ ਬੇਗੁਨਾਹ ਹੋ ਜਾਂਦਾ। ਉਸ ਦਾ ਇੱਕ ਪੂਰਾ ਪ੍ਰੋਸੈਸ, ਇੱਕ ਕ੍ਰਿਮੀਨਲ ਪ੍ਰੋਸੀਜਰ ਕੋਡ ਦਿੱਤਾ ਗਿਆ ਸਾਡੇ ਕਾਨੂੰਨ ਦੇ ਵਿੱਚ। ਇਸੇ ਤਰ੍ਹਾਂ ਸਿੰਧ ਦੇ ਵਿੱਚ ਇੱਕ ਨੈਸਲਾ ਟਾਵਰ ਸੀ, ਉਸ ਨੂੰ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਇਹ ਨਜਾਇਜ਼ ਤਜਾਵਜ਼ਾਤ ਦੇ ਵਿੱਚ ਆਉਂਦਾ, ਲਿਹਾਜ਼ਾ ਇਸ ਨੂੰ ਗਿਰਾ ਦਿੱਤਾ ਜਾਏ। ਲੇਕਿਨ ਉਸ ਨੂੰ ਗਿਰਾਉਣ ਤੋਂ ਪਹਿਲੇ ਇੱਕ ਨੋਟਿਸ ਜੋ ਹੈ ਉਹਨੂੰ ਸਰਵ ਕੀਤਾ ਗਿਆ ਕਿ ਉਸ ਦਾ ਜਵਾਬ ਦੇਣ ਔਰ ਫਿਰ ਇਹ ਕਾਫੀ ਅਰਸਾ ਇਹ ਲਿਟੀਗੇਸ਼ਨ ਚੱਲਦੀ ਰਹੀ, ਬਹਿਸ ਮੁਬਾਸੇ ਹੁੰਦੇ ਰਹੇ, ਉਸ ਤੋਂ ਬਾਅਦ ਉਹਨੂੰ ਗਿਰਾ ਦਿੱਤਾ ਗਿਆ। ਇਹ ਹਕੀਕਤ ਹੈ। ਮੇਰਾ ਮੁਤਾਲਬਾ ਆਪਣੀ ਇਸ ਵੀਡੀਓ ਦੇ ਨਾਲ ਸਿਰਫ ਇਹ ਹੈ ਕਿ ਅਗਰ ਮੰਡੀ ਸ਼ਾਹ ਜੀਵਨਾ ਦੇ ਵਿੱਚ ਕੁਝ ਨਜਾਇਜ਼ ਤਜਾਵਜ਼ਾਤ ਹਨ, ਹੋਣਗੀਆਂ ਵੀ ਸਹੀ, ਉਸ ਨਜਾਇਜ਼ ਤਜਾਵਜ਼ਾਤ ਨੂੰ ਖ਼ਤਮ ਕਰਨਾ ਇੱਕ ਕਾਨੂੰਨੀ ਕੰਮ ਹੈ ਜਿਹੜਾ ਕਿ ਸਾਡੇ ਡਿਪਟੀ ਕਮਿਸ਼ਨਰ ਜਾਂ ਅਸਿਸਟੈਂਟ ਕਮਿਸ਼ਨਰ ਔਰ ਉਸ ਤੋਂ ਥੱਲੇ ਜਿਹੜੇ ਅਸਗਰ ਸ਼ਾਹ ਸਾਹਿਬ ਕਰ ਰਹੇ ਨੇ ਆਪਣੀ ਸੂਬਾਈ ਹਕੂਮਤਾਂ ਦੇ ਅਹਿਕਾਮਾਤ ਦੀ ਰੋਸ਼ਨੀ ਦੇ ਵਿੱਚ। ਲੇਕਿਨ ਕਿਆ ਕਾਨੂੰਨ ਉਹਨਾਂ ਨੂੰ ਇਹ ਇਜਾਜ਼ਤ ਦਿੰਦਾ ਹੈ ਕਿ ਉਹ ਇੱਕ ਕਾਨੂੰਨੀ ਕੰਮ ਨੂੰ ਗੈਰ ਕਾਨੂੰਨੀ ਅੰਦਾਜ਼ ਦੇ ਨਾਲ ਕਰਨ? ਮਸਲਨ ਕਿਆ ਉਹਨਾਂ ਨੇ ਜਿਹੜੇ ਲੋਕ 70 80 ਸਾਲ ਤੋਂ ਉਹਨਾਂ ਦੁਕਾਨਾਂ ਦੇ ਵਿੱਚ ਬੈਠੇ ਨੇ, ਉਹਨਾਂ ਘਰਾਂ ਦੇ ਵਿੱਚ ਬੈਠੇ ਨੇ ਔਰ ਇਹ ਤੀਸਰੀ ਨਸਲ ਹੈ, ਪਹਿਲੀ ਨਸਲ ਨੇ ਆ ਕੇ ਇਹ ਚੀਜ਼ਾਂ ਬਣਾਈਆਂ, ਇਹਨੂੰ ਅਸੀਂ ਛੱਡ ਦਿੰਦੇ ਹਾਂ ਕਿ ਇਹ ਐਗਜ਼ੈਂਪਟਡ ਹੈ, ਅਲਾਟੀ ਹੈ, ਇਸਤੇਮਾਲਾਤ ਦੇ ਵਿੱਚ ਆਂਦੀ ਹੈ, ਕੱਚੀ ਆਬਾਦੀ ਹੈ, ਜੋ ਵੀ ਇਹਦਾ ਸਟੇਟਸ ਹੈ ਉਹ ਪਤਾ ਹੋਏਗਾ ਜ਼ਿਲ੍ਹੇ ਇੰਤਜ਼ਾਮੀਆ ਨੂੰ ਕਿ ਇਹਦਾ ਕੀ ਸਟੇਟਸ ਕੀ ਹੈ। ਲੇਕਿਨ ਸਾਨੂੰ ਇਤਨਾ ਪਤਾ ਹੈ ਜਿਹੜੇ ਹਕਾਇਕ ਨੇ ਕਿ ਤੀਸਰੀ ਨਸਲ ਹੈ ਜਿਹੜੀ ਬੈਠੀ ਹੈ ਜਿਸ ਨੂੰ ਟੱਚ ਕੀਤਾ ਗਿਆ ਔਰ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਜਿਹੜੀ ਇਹ 10 ਫੁੱਟ ਦੀ ਦੁਕਾਨ ਹੈ ਇਹਦੇ ਵਿੱਚ 8 ਫੁੱਟ ਜਿਹੜਾ ਹੈ ਉਹ ਗੈਰ ਕਾਨੂੰਨੀ ਹੈ, ਲਿਹਾਜ਼ਾ ਉਹਨਾਂ ਨੂੰ ਗਿਰਾਣਾ ਸ਼ੁਰੂ ਕਰ ਦਿੱਤਾ। ਚਲੋ ਗਿਰਾਣਾ ਤਾਂ ਸ਼ੁਰੂ ਕਰ ਦਿੱਤਾ, ਲੇਕਿਨ ਇੱਕ ਕਾਨੂੰਨੀ ਕੰਮ ਨੂੰ ਗੈਰ ਕਾਨੂੰਨੀ ਅੰਦਾਜ਼ ਦੇ ਵਿੱਚ ਕੀਤਾ ਗਿਆ। ਉਹ ਕਿਸ ਤਰ੍ਹਾਂ? ਕਿਆ ਕਿਸੇ ਵੀ ਦੁਕਾਨਦਾਰ ਨੂੰ, ਕਿਸੇ ਵੀ ਘਰ ਦੇ ਜਿਹੜਾ ਘਰ ਦਾ ਸਰਬਰਾਹ ਹੈ ਉਸ ਨੂੰ ਕੋਈ ਨੋਟਿਸ ਸਰਵ ਕੀਤਾ ਗਿਆ? ਉਸ ਨੋਟਿਸ ਦੇ ਵਿੱਚ ਕੋਈ ਸਫੀਸ਼ੀਐਂਟ ਕੋਈ ਟਾਈਮ ਦਿੱਤਾ ਗਿਆ ਕਿ 1 ਮਾਹ ਦਾ ਟਾਈਮ ਤੁਹਾਡੇ ਕੋਲ ਹੈ, ਇਤਨੇ ਫੁੱਟ ਤੁਹਾਡੀ ਜਿਹੜੀ ਹੈ ਇਹ ਜਗ੍ਹਾ ਗੈਰ ਕਾਨੂੰਨੀ ਹੈ, ਲਿਹਾਜ਼ਾ ਇਸ ਨੂੰ ਮਿਸਮਾਰ ਕਰ ਦਿਓ, ਡਿਮੋਲਿਸ਼ ਕਰ ਦਿਓ, ਅਬੋਲਿਸ਼ ਕਰ ਦਿਓ, ਅਦਰਵਾਈਜ਼ ਅਸੀਂ ਐਕਸੀਵੇਟਰ ਲੈ ਕੇ ਆ ਜਾਵਾਂਗੇ ਅਤੇ ਅਸੀਂ ਗਿਰਾ ਦੇਵਾਂਗੇ? ਇਹ ਇੱਕ ਐਸੀ ਕਾਨੂੰਨੀ ਵੇ, ਅਗਰ ਉਹ ਇਸ ਨੂੰ ਓਬੇ ਨਾ ਕਰਦੇ, ਇਸ ਨੂੰ ਉਹ ਮੰਨਦੇ ਨਾ, ਆਪਣੀ ਨਜਾਇਜ਼ ਤਜਾਵਜ਼ਾਤ ਖ਼ਤਮ ਨਾ ਕਰਦੇ, ਫਿਰ ਤਾਂ ਐਕਸ਼ਨ ਬਿਲਕੁਲ ਹੱਕ ਬਜਾਨਬ ਸੀ। ਲੇਕਿਨ ਇਹ ਕੀ ਕਿ ਇੱਕ ਸੁਬਾਹ ਆ ਜਾਣਾ, ਮਸ਼ੀਨਾਂ ਲੈ ਕੇ ਆ ਜਾਣਾ ਔਰ ਲੋਕਾਂ ਦੇ ਉਹ ਸਾਰੀ ਚੀਜ਼ਾਂ ਨੂੰ ਗਿਰਾਣਾ ਸ਼ੁਰੂ ਕਰ ਦੇਣਾ, ਮੇਰੇ ਖਿਆਲ ਦੇ ਵਿੱਚ ਇੱਕ ਇਹ ਜ਼ੁਲਮ ਹੈ। ਇਹਦਾ ਦੂਸਰਾ ਪਹਿਲੂ ਦੇਖੋ, ਇੱਕ ਸ਼ਖਸ ਅਗਰ ਕਿਸੇ ਦੀ
प्राइवेट बंदा है, प्राइवेट बंदे दी किसी प्रॉपर्टी ते कब्जा करके बैठा है, गुज़िश्ता 40 साल तू उत्थे बैठा है, उत्थे कोई कारोबार कर रहा, कोई बिजनेस कर रहा, कोई दफ्तर चला रहा, कोई फर्म चला रहा। अगर उसनूं अदालत क्लीयर कर देंदी है कि ਉਹਦਾ मालिक ਉਹ नहीं बल्कि ਉਹ नजायज़ कब्जा रखता है, असल मालिक दे हक दे विच डिग्री करदी है, तो उसनूं भी राइट ऑफ ऑक्यूपेंसी दिते जाते हैं, उन्होंने भी एक सफिशिएंट टाइम दिता जाता है कि वह अपनी दुकान जी कि 40 साल तो चला रहा, वो क्लाइंट उस दुकान को जानते हैं, वह फोन नंबर उत्थों का चेंज होना है, उत्थों के बिजली का जोड़ा कनैक्शन है, गैस का जोड़ा कनैक्शन है वो चेंज होएगा। यानी कि तुसी उसका जोड़ा सैटअप है, जी वो रोज़गार की एक क्रेडिबिलिटी है, रोज़गार का जोड़ा एक प्लेटफॉर्म है, वो तुसी ख़त्म नहीं कर सकते। हाँ 8 फुट तुसी अपना लै सकते हो अगर तुहाडा बंदा है। क्या उन्होंने 1 महीने का नोटिस दिया जाना जरूरी नहीं सी कि तुसी ये नोटिस जारी कर देंगे जितने भी नजायज़ काबजीन है सन कि तुसी 1 महीने के अंदर अंदर इस जगह को खुद ही अपनी मदद आप दे तहत मिसमार कर दो। ये एक इहदा लीगल वे सी। मैं एक गुजारिश करांगा कि डिप्टी कमिश्नर साहब और असिस्टेंट कमिश्नर साहब और जोड़े इतने आ रहे हैं, जोड़े भी इनक्रोचमेंट कर रहे हैं, उन्होंने नज़दीक तो ये जी दुकाना ने, ये जोड़े घर ने, ये सीमट दे या गारा दे या पत्थर की बनी हुई चंद इमारत ने, लेकिन ये एक सदी का किस्सा है। ये 1 सदी की मेहनत है, 1 सदी की कफालत है, इस दे विच इतनी सारी चीज़ां जज्बात और एहसासात आपस में गुंदे हुए ने जिहड़ा कि साडी जिहड़ी ब्यूरोक्रेसी है उसनूं नहीं समझ सकती। वो तो सिर्फ अपने अहकामात दे मुंतज़र ने। मैं कहना कि जो भी अहकामात उन्होंने मिले ने वो बिल्कुल ठीक है, लेकिन बाबा सदीक तरह वो जाके शूट तो नहीं ना कर सकते अदालत दे विच। वो नैसला टावर सुप्रीम कोर्ट कह रही गिरा दो, लेकिन उस तो पहले उसका पूरा सूबाई हुकूमत ने, सिंध की सूबाई हुकूमत ने बाकायदा तौर पर उस दो पहले लीगल उसकी जी है फ्रेमवर्क पूरा किया, उन्होंने नोटिस किए, उन्होंने शोकाज होए, जवाब दावा सब चीज़ां हुई ने। उस तो बाद सुप्रीम कोर्ट कह रही है। लेकिन अगर साढ़े चंद जड़े है ने लोग वो ये समझ रहे हैं कि असी इस सारे अमल को सियासी लौट से सट दईए कि फलाना सियासतदान करा रहा, फलाना सियासतदान करा रहा, तो मेरे ख्याल दे विच वो डी ट्रैक हो जाएंगे, वो अपना मुकदमा पूरी तरह पेश नहीं कर पाएंगे। लेकिन एक मुतालबा उन्होंने बिल्कुल जायज़ है, और वो जायज़ है कि इस वक्त सूबे दे विच और वफाक दे विच भी पाकिस्तान मुस्लिम लीग नून की हुकूमत है, और मखदूम फैसल साले अयाज साहब जड़े सन वो हालिया इलैक्शन तो चंद थोड़े अरसे पहले ही इस पार्टी उन्होंने ज्वाइन किया। साढ़े ज़िले दे विच पाकिस्तान मुस्लिम लीग नून दे एक मजबूत नुमाइंदा ने, एक मजबूत रहनुमा ने, तो उन्होंने मखदूम साहब तो यह अपील करनी चाहिए कि मखदूम साहब असी तुहानू वोट इस वास्ते दिता कि तुसी जेड़े साढ़े कानूनी राइट्स ने, जेड़े साढ़े हकूक ने, उसकी तुसी पासदारी करोगे, और अगर उसनू कोई वायलेट कर रहा, कोई इदारा कर रहा, कोई शख्स कर रहा, तो तुसी साड़ी मदद करोगे। ये अपील असी जरूर मखदूम साहब नू कर सकते हैं कि बीइंग अ DCC दे तुसी सरबराह हो जिले दे विच, डिप्टी कमिश्नर DPO साहब तमाम चीज़ों की तुसी इंस्पैक्शन कर सकते हो, तो मखदूम साहब नू चाहिए कि कम अज़ कम डिप्टी कमिश्नर नू एक कॉल करें, असिस्टेंट कमिश्नर नू पैगाम भेजें कि यह जोड़ा भी तुसी काम कर रहे हो इस दे बाकायदा नोटिस जारी किए जान, उन्होंने एक सफिशिएंट टाइम दिता जाए ताकि वह अपने रोज़गार नू मुतबादिल जगह के उत्ते मुंतकिल कर सकें, अपने गाहकों नू दस सकें कि आइंदा अगर तुसी आना तो मेरी ये दुकान नहीं होनी, फलानी जगह पर होनी। लेकिन अगर ये सब कुछ नैसला टावर की मिसाल भी छड़ दो, बाबा जी की भी सदीक की मिसाल गुजरावाला की छड़ दो, क्या बनी गाला तो पूरा नजायज़ सी, पूरा कस्बा नजायज़ सी, कि सिर्फ इमरान खान का घर नजायज़ नहीं सी। जिस वक्त यह मैटर गया साबित हो गया कि यह सरकार की मलकियत है, तो फिर उन्होंने भी नोटिस किए गए, उन्होंने एक 50 रुपए फुट का एक रेट मुकर्रर कर दिता गया कि तुसी अगर जमा करा देंगे हो तो इनू रैगूलराइज कर दिता जाएगा। इस तरह रायविंड के विच बहुत सारा सरकार का रकबा जोड़ा कि रैगूलराइज कर दिता गया। इस तरह सिंध के विच बहुत सारी सैकड़ों एकड़ जगह ज़मीन रैगूलराइज हो गई है। हुण ही पाकिस्तान की हुकूमत ने यह फैसला किया कि असी थर कैनाल कड्डांगे, 6 नहर बनावांगे, आवाम को फायदा होएगा क्योंकि सरकारी ज़मीन नहर बननियां ने। लेकिन जिस वक्त आवाम ने उसका एहतजाज किया तो वह नहर जड़ियाँ ना बन सकियां। इट्स मीन कि एजिटेशन इज़ द ओनली वे टू मोल्ड द लॉ, लेकिन असी एजिटेशन कर ही नहीं रहे, असी तो एक पीसफुल अपील कर रहे हैं कि इन्हों लोगों कोलों तुसी 8 फुट लैंड की खातिर उन्होंने मुआशी कतल ना करो, उन्होंने कम अज़ कम कारोबार तो छड़ दो, उन्होंने एक इतना टाइम दो
ਨੋਟਿਸ ਜਾਰੀ ਕਰਕੇ ਕਿ ਇਤਨੇ ਟਾਈਮ ਦੇ ਅੰਦਰ ਅੰਦਰ ਤੁਸੀਂ ਆਪਣੇ ਕਾਰੋਬਾਰ ਨੂੰ ਇੱਕ ਮੁਤਬਾਦਲ ਜਗ੍ਹਾ ਦੇ ਉੱਤੇ ਸ਼ਿਫਟ ਕਰ ਦਿਓ। ਇਹ ਤਾਂ ਹੋ ਗਿਆ ਕਾਨੂੰਨੀ ਤਰੀਕਾ। ਇਹ ਕੋਈ ਕਾਨੂੰਨ ਨਹੀਂ ਕਿ ਤੁਸੀਂ ਇੱਕ ਕਾਨੂੰਨੀ ਕੰਮ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅੰਜਾਮ ਦਿਓ ਔਰ ਫਿਰ ਨਾਲ ਇਹ ਵੀ ਕਹੋ ਕਿ ਸਾਨੂੰ ਕੌਣ ਪੁੱਛੇਗਾ। ਜਿਹੜੇ ਇੱਥੇ ਅਸਿਸਟੈਂਟ ਕਮਿਸ਼ਨਰ ਸਾਹਿਬ ਆਉਂਦੇ ਨੇ, ਜਿਹੜਾ ਕਿ ਮੈਨੂੰ ਦੱਸਿਆ ਗਿਆ, ਜਾਂ ਜਿਹੜੇ ਵੀ ਉਹ ਆਪਣਾ ਇਨਕਰੂਚਮੈਂਟ ਦੇ ਜਿਹੜਾ ਵੀ ਕੋਈ ਸਟਾਫ ਹੈ, ਉਹ ਮੈਂ ਸੁਣਿਆ ਕਿ ਉਹ ਆਪਣੇ ਜਿਹੜੇ ਹੈ ਠੰਡੀ ਗਾੜੀ ਦੇ ਵਿੱਚ ਬੈਠੇ ਹੁੰਦੇ ਨੇ, ਸ਼ੀਸ਼ੇ ਬੰਦ ਕੀਤੇ ਹੁੰਦੇ ਨੇ ਤੇ ਆਵਾਮ ਉਹਨਾਂ ਨੂੰ ਨਾ ਕਰਕੇ ਆਪਣਾ ਮਸਲਾ, ਇਹੀ ਮਸਲਾ ਦੱਸਣਾ ਚਾਹ ਰਹੀ ਹੈ ਕਿ ਤੁਸੀਂ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ, ਅਸੀਂ ਖੁਦ ਕਰ ਲੈਂਦੇ, ਸਾਨੂੰ ਦੱਸ ਤਾਂ ਦਿਓ ਕਿ ਕਿਤਨੀ ਜਗ੍ਹਾ ਸਾਡੇ ਕੋਲ ਨਜਾਇਜ਼ ਹੈ, ਕਿਸ ਮਹਿਕਮੇ ਦੀ ਉਹ ਨਜਾਇਜ਼ ਹੈ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਇਹ ਲੀਜ਼ ਤੇ ਪਹਿਲੇ ਚੱਲਦਾ ਰਿਹਾ ਕੰਮ, ਉਹ ਬਕਾਇਦਾ ਇੱਕ ਲਾਇਸੈਂਸ ਬਣਿਆ ਹੁੰਦਾ ਸੀ, ਉਹਦੀ ਕੋਈ ਫੀਸ ਜਮ੍ਹਾਂ ਕਰਾਉਂਦੇ ਸਨ। ਕੁਝ ਲੋਕਾਂ ਦਾ ਇਸ ਦੇ ਵਿੱਚ ਇੰਤਕਾਲ ਵੀ ਹੋ ਚੁੱਕਿਆ ਹੈ, ਮਿਲੀ ਭਗਤ ਨਾਲ ਹੋਇਆ, ਜਿਵੇਂ ਵੀ ਹੋਇਆ, ਲੇਕਿਨ ਉਹ ਹੋ ਚੁੱਕਿਆ ਹੈ ਇੰਤਕਾਲ। क्या फिर पैपरा रूल इस चीज़ की इजाजत देंदे ने कि तुसी जिहड़ा है एक लीज नूं विदाउट नोटिस प्रीयर नोटिस दे तुसी उन्होंने कैंसल कर दो, आओ आप एक्सीवेटर लेके बुलडोजर लेके आके सारा तबाह बर्बाद कर दो, उन्होंने घर का मुआशी कतल कर दो, उन्होंने कफालत का निज़ाम ख़त्म कर दो। इतने सारे जिस टाइम बेरोज़गार, मैं तरक्की के खिलाफ नहीं हाँ, अगर किसी का मौकफ है तो उस जान है कि अगर ये इस तरह जड़ा हैगा गिरा के सड़क बनाई जाएगियां जी, इतने चेयरिंग क्रास बनेगा, ये सारे ख्याल बहुत अच्छे ने, सारे आइडिया ने, लेकिन अगर तुसी एक तकरीब के उत्ते तामीर कर रहे हो और जिन्हां लोकां दे वास्ते वो कर रहे हो उन्होंने ही इस चीज़ का इतराज़ है तो उन्होंने जिहड़े इशूज़ कानूनी ने उन्होंने तो एड्रैस करना तुहाडा हक बनता है ना, उसनूं देखना तो तुहाडा ये असूल है, ये मुरवजा असूल है, इस तुहाडे SOPs भी है ने कि अगर एक काम तुसी करना है तो बकायदा उस शख्स नूं पेपर दे उत्ते, ये नहीं कि तुसी उत्थे खड़े हो के कहो तैनूं नोटिस तेरी दुकान इतनी गलत, तेरी इतनी गिरा दो, चलो कल भी नहीं सुननी, अपने शीशे उत्ते चढ़ा देने तो AC चला के ठंडी गाड़ी बैठ जाना, नाल पुलिस खड़ी है, कोई हरकत करेगा उन्होंने चक्को थाने पा दो। मैं बड़ा अप्रीशिएट करांगा मंडी शाह जिमना के जोड़े नौजवान लोगों ने इस सिलसिले दे विच मैनू भी मोटिवेट किया, आप भी सोशल मीडिया ते आए ने, लेकिन उन्होंने प्रॉपर फोरम का नहीं पता कि असी जाइए कित्थे। वो ये समझते हैं कि ये मखदूम सैयद फैसल साले हयात सब कुछ कर सकते हैं। इस हद तक तो ठीक है कि वो मुस्लिम लीग नून के इतने नुमाइंदे ने, लेकिन ये तो पंजाब गवर्नमेंट का फैसला है और वो पूरे सूबे दे विच ये काम कर रही है, क्योंकि नून लीग तो यह चाहती है कि असी ऐसा काम करिए जेड़ा कि नज़र भी आए, जेड़ा कि मैं एक और मिसाल देना कि हुण ऑरेंज ट्रेन बन रही सी, उस ऑरेंज ट्रेन बनन दे रास्ते दे विच जितने भी आए ने, घर आए ने, दुकानां आईयां ने, उन्होंने भी नोटिस किया गया और नोटिस तो बाद उन्होंने कंपनसेट किया गया, उन्होंने कंपनसेशन दे के वो जगह खाली करा ली गई। अगर असी मेरा तो सिर्फ पंजाब हुकूमत तो एक ही सवाल बनता है, या अदलिया तो कम अज़ कम मेरा एक सवाल बनता है, जो मैं कोर्ट जाके ये रखांगा, 199 के तहत मैं हाई कोर्ट जावांगा, जाके ए मंडी शाह जिमना का वकील बन के अपने लोगों का, मेरा ये जन्म भूमि है, मैं इतने पैदा होया, मैं जिस वक्त फौत होना, मैं इतने दफन होना, तो कम अज़ कम जोड़े इन्हों के राइट्स ने, कानूनी राइट्स ने, उस ते तो मैनू हक है ना कि मैं अपनी चीखो पुकार करांगा। मैं मखदूम साहब के अगे भी चीखो पुकार करांगा, मैं सिविल कोर्ट तो लैके मैं हाई कोर्ट तक 199 के विच भी जावांगा, मैं अफसरां दे अफसर सैकटरी होंदा और उन्होंने सारा दे अफसर चीफ सैकटरी होंदा, मैं उहदे अगे भी जाके पिटांगा कि सानू एक सफिशिएंट टाइम क्यों नहीं दिता गया। अगर कोई वालंटियरली, अगर कोई रजाकाराना तौर पर तुहाडे नाल कोऑपरेट कर रहा, तो उत्थे अगर तुसी बदमाशी या गुंडागर्दी दे नाल कोई एक्ट करदे हो, एक तो गैर कानूनी है, दूसरा उसके विच ना एक स्मैल आती है, एक कोई सियासी पॉलिटिकल इंतकाम का निशाना बनाया जा रहा। मैं नहीं कहांगा बनाया जा रहा, लेकिन अगर तुसी इस चीज़ नूं थ्रू प्रॉपर वे दे नाल करोगे तो किसी को कोई एतराज़ नहीं होएगा। मेरी इस वीडियो दे जरिए मखदूम सैयद फैसल साले हयात साहब के जरिए गुजारिश है कि अगर तो डिप्टी कमिश्नर लेवल पर, और जबकि है कि कानून हम देखो ना जी कि जाके राणा सनाउल्लाह साहब ने क्या कि जाओ जाके मॉडल टाउन तहरुल कादरी का जो रास्ता इन्होंने बंद किया है नाजायज़ तजावजात ने, जाके खाली कर दो, और पुलिस गई है ट्रिगर हैप्पी होके, उन्होंने कानून वायलेट किया, उन्होंने भी अगू मजाहमत की। यह नहीं मैं कहता कि दोवें घरों की होंगी है, लेकिन वो वायलेशन होने के नाल कितना बड़ा नुकसान होया, कितने लोग मारे गए, और उस वाक़े तो बाद पाकिस्तान के ओवरऑल सियासी सिनारियो दे विच कितनी तब्दीलियां आईयां, हुकूमत तब्दील हुई, वो SP साहब, वो DSP साहब, वो मुलाजमीन जड़े सन वो बेचारे ने जेलों की सजावां भुगतियां ने, बड़े लोग तो बच जाते हैं, उस तो बाद वो इंक्वायरियां लगियां, बहुत सारा। मैं अपने ये जो अमला इतने आ रहा, मैं उन्होंने ताउन, मैं चाहांगा कि साढ़े सारे लोग उन्होंने ताउन करें, लेकिन वो ट्रिगर हैप्पी होके ना आन,
ਉਹ ਕਾਨੂੰਨ ਨੂੰ ਵਾਇਲੇਟ ਕਰਕੇ ਕੋਈ ਕਾਰਵਾਈ ਨਾ ਕਰਨ, ਸਾਨੂੰ ਇੱਕ ਇੱਕ ਮਹੀਨੇ ਦਾ ਨੋਟਿਸ ਜਾਰੀ ਕਰਨ। ਉਸ ਨੋਟਿਸ ਦੇ ਉੱਤੇ ਮੈਂਸ਼ਨ ਹੋਏ ਕਿ ਤੁਹਾਡੀ ਇਤਨੀ ਜਗ੍ਹਾ ਇਹ ਨਜਾਇਜ਼ ਤਜਾਵਜ਼ਾਤ ਦੇ ਵਿੱਚ ਆ ਰਹੀ, ਇਹ ਫਲਾਣੇ ਮਹਿਕਮੇ ਦੀ ਇਹ ਮਲਕੀਅਤ ਹੈ, ਲਿਹਾਜ਼ਾ ਅਸੀਂ ਇਹਨੂੰ ਡਿਮੋਲਿਸ਼ ਕਰ ਰਹੇ ਹਾਂ, ਅਸੀਂ ਇਹਨੂੰ ਮਿਸਮਾਰ ਕਰਾਂਗੇ ਅਗਰ ਤੁਸੀਂ ਉਹ ਖਾਲੀ ਨਹੀਂ ਕੀਤੀ। ਔਰ ਅਗਰ ਉਹ ਬੰਦਾ ਖੁਦ ਹੀ ਕਰ ਦਿੰਦਾ ਹੈ। ਅੱਛਾ, ਦੂਸਰਾ ਇੱਕ ਹੋਰ ਮੌਕਫ ਇਹਦੇ ਵਿੱਚ ਇਹ ਵੀ ਹੈ ਆਵਾਮ ਦਾ ਕਿ ਇਸ ਤੋਂ ਪਹਿਲੇ 2 ਦਫਾ ਇਹ ਇਨਕਰੂਚਮੈਂਟ ਹੋ ਚੁੱਕੀ ਕਿ ਜਿਹੜੀ ਉਹ ਕਹਿੰਦੇ ਨੇ ਕਿ ਲੀਗਲ ਬੰਦੀ ਸੀ। ਹੁਣ ਜਿਹੜੀ ਤੀਸਰੀ ਦਫਾ ਫਿਰ ਇਨਕਰੂਚਮੈਂਟ ਹੋ ਰਹੀ ਹੈ, ਇਹ ਨਜਾਇਜ਼ ਹੋ ਰਹੀ, ਇਹ ਸਿਆਸੀ ਇੰਤਕਾਮ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਲ ਆਲਮ ਵੀ ਸਵਾਬ ਇਹਦੇ ਵਿੱਚ ਕਿਤਨੀ ਸਦਾਕਤ ਹੈ, ਲੇਕਿਨ ਮੈਂ ਤੇ ਇੱਕ ਹੀ ਸਿਰਫ ਪੁਆਇੰਟ ਤੇ ਹਾਂ, ਔਰ ਉਹ ਇਹ ਹਾਂ ਕਿ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਮੇਰੇ ਭਾਈ ਨੋਟਿਸ ਕਰੋ। ਨੋਟਿਸ ਤੋਂ ਬਾਅਦ ਅਗਰ ਤੁਹਾਡੇ ਉਸ ਨੋਟਿਸ ਦੀ ਕੋਈ ਤਾਮੀਲ ਨਹੀਂ ਕਰਦਾ ਤੇ ਤੁਸੀਂ ਆਪਣੀ ਫੋਰਸ ਨੂੰ ਇਸਤੇਮਾਲ ਕਰਨਾ ਹੈ ਜਾਂ ਆਪਣੀ ਮਸ਼ੀਨਰੀ ਨੂੰ ਇਸਤੇਮਾਲ ਕਰਨਾ ਹੈ ਜਾਂ ਆਪਣੀ ਪਾਵਰ ਐਕਸਰਸਾਈਜ਼ ਕਰਨੀ ਹੈ, ਬਿਲਕੁਲ ਕਰੋ। ਲੇਕਿਨ ਤੁਸੀਂ ਵਾਇਲੇਟ ਕਾਨੂੰਨ ਨੂੰ ਕਰਕੇ ਅਗਰ ਕਰੋਗੇ ਤੇ ਇਹ ਇੱਕ ਮੁਤਨਾਜ਼ਾ ਇਸ਼ੂ ਬਣੇਗਾ। ਮੈਂ ਫਿਰ ਇਹ ਕਹਿ ਰਿਹਾ ਕਿ ਤੁਹਾਡੇ ਵਾਸਤੇ ਤੇ ਇਹ ਪੱਥਰਾਂ ਦੀ, ਮਿੱਟੀ ਦੀ, ਗਾਰਿਆਂ ਦੀ ਬਣੇ ਘਰ ਤੇ ਦੁਕਾਨਾਂ ਨੇ, ਲੇਕਿਨ ਇਹ 3 ਨਸਲਾਂ ਦਾ ਕਿੱਸਾ ਹੈ। ਇਹ 3 ਇੱਕ ਸਦੀ ਦਾ ਅਕਸ ਹੈ। ਇਸ ਦੇ ਵਿੱਚ ਲੋਕਾਂ ਦੀ ਮਿਹਨਤ ਹੈ, ਲੋਕਾਂ ਦੀ ਇਹੀ ਜਮ੍ਹਾਂ ਪੂੰਜੀ ਹੈ। ਤੁਸੀਂ ਦੂਸਰੀ ਚੀਜ਼ਾਂ ਨੂੰ ਤਾਂ ਰੈਗੂਲਰਾਈਜ਼ ਕਰ ਦਿੰਦੇ ਹੋ, ਲੇਕਿਨ ਅਗਰ ਕਿਸੇ ਗਰੀਬ ਬੰਦੇ ਦਾ 3 ਮਰਲੇ ਦੀ ਜਗ੍ਹਾ ਹੈ, ਉਸ ਨੂੰ ਉਸ ਦੀ ਪੇਮੈਂਟ ਕਰਨ ਨੂੰ ਵੀ ਉਹ ਤਿਆਰ ਹੈ ਔਰ ਨੋਟਿਸ ਦੇ ਉੱਤੇ ਤੁਹਾਡੇ ਉਹ ਖਾਲੀ ਕਰਨ ਨੂੰ ਤਿਆਰ ਹੈ, ਤੇ ਫਿਰ ਐਕਸੀਵੇਟਰ ਦੀ, ਪੁਲਿਸ ਦੀ, ਮਸ਼ੀਨਰੀ ਦੀ ਔਰ ਉੱਥੇ ਆ ਕੇ ਸ਼ੀਸ਼ੇ ਬੰਦ ਕਰਕੇ ਲੋਕਾਂ ਨੂੰ ਧਮਕਾਉਣ ਦੀ ਮੇਰੇ ਖਿਆਲ ਦੇ ਵਿੱਚ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ। ਤੁਹਾਡਾ ਸਾਰਿਆਂ ਦਾ ਬੇਹੱਦ ਸ਼ੁਕਰੀਆ ਤੇ ਮੈਂ ਅਪੀਲ ਕਰਾਂਗਾ ਆਵਾਮ ਨੂੰ ਵੀ ਕਿ ਉਹ ਅਗਰ ਆਉਂਦੇ ਨੇ ਤਾਂ ਉਹਨਾਂ ਨੂੰ ਸਿਰਫ ਇੱਕ ਗੱਲ ਕਰ ਦੇਣ ਕਿ ਸਾਨੂੰ ਨੋਟਿਸ ਦਿਓ ਔਰ ਉਸ ਨੋਟਿਸ ਨੂੰ ਅਗਰ ਉਹ ਬਿਲਕੁਲ ਠੀਕ ਹੈ ਤਾਂ ਉਸ ਤੇ ਅਮਲ ਦਰਾਮਦ ਕਰੋ। ਥੈਂਕ ਯੂ ਸੋ ਮਚ।